11,000 ਔਰਤਾਂ ਨੇ ਜਿਨ੍ਹਾਂ ਦੇ ਇਹ ਬੱਚੇਦਾਨੀਆਂ ਕੱਢ ਦਿੱਤੀਆਂ ਗਈਆਂ। 20 ਸਾਲ ਤੋਂ ਛੋਟੀ ਉਮਰ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਬੱਚੇਦਾਨੀ ਕਢਾਉਣ ਵਿੱਚ ਇਹ ਇੱਕ ਐਸਾ ਰੈਕਟ ਸੀ ਜਿਹਦਾ ਪਰਦਾਫਾਸ਼ ਹੋਇਆ। 50 ਸਾਲ ਦੀ ਉਮਰ ਤੇ ਔਰਤ ਦੇ ਹਾਰਮੋਨਾਂ ਦੀ ਤਬਦੀਲੀ ਹੋਣੀ ਸੀ, ਉਹ 18 ਵਰਿਆਂ ਦੀ ਅਲੜ ਉਮਰ ਵਿੱਚ ਹੋ ਜਾਣੀ। ਇੱਕ ਤਾਂ ਉਹਦੇ ਜ਼ਾਹਰ ਹੈ ਕਿ ਕਦੇ ਮਾਂ ਬਣੀ ਨਹੀਂ ਸਕਣੀ। ਡਰਾ ਧਮਕਾ ਕੇ ਜਿਵੇਂ ਉਹਨਾਂ ਤੋਂ ਇਹ ਲਿਆ ਜਾ ਰਿਹਾ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਈਆਂ ਦੇ ਅਜਿਹੇ ਸੀ ਕੇਸ ਜਿੱਥੇ ਉਹਨਾਂ ਦੇ ਪਤੀ ਛੱਡ ਗਏ ਤੇ ਉਹ ਬਿਲਕੁਲ ਹੀ ਔਰਤਾਂ ਹੁਣ ਯਾਨੀ ਕਿਸੇ ਹੀ ਪਾਸੇ ਜੋਗੀਆਂ ਨਹੀਂ ਰਹੀਆਂ। ਪੰਜਾਬ ਦਾ ਇੰਨਾ ਉਭਾਰ ਆਣਾ ਜਿੱਥੇ ਸਾਡੀਆਂ ਔਰਤਾਂ ਦੇ ਮਾਂ ਬਣਨ ਦੇ ਆਸਾਰ ਹੀ ਖਤਮ ਹੋ ਜਾਣੇ। ਗਿਣਤੀ ਤਾਂ ਵੇਖੋ ਜੋ ਲਿਖੀ ਹੋਈ ਹੈ ਜਰਨਲ ਵਿੱਚ 21.2%। ਮੁੰਡੇ ਦੀ ਲਾਲਸਾ ਵਿੱਚ ਜੋ ਅਸੀਂ ਆਪਣੀਆਂ ਹੀ ਔਰਤਾਂ ਦਾ ਘਾਣ ਕਰ ਰਹੇ ਹਾਂ, ਮਰਵਾ ਰਹੇ ਹਾਂ ਤੇ ਐਬਨੋਰਮਲ ਬੱਚੇ ਜਮਾ ਰਹੇ ਹਾਂ, ਇਹ ਨਹੀਂ ਹੋਣੇ ਚਾਹੀਦੇ। ਟੈਸਟੋਸਟੇਰੋਨ ਖਵਾਇਆ ਜਾਂਦਾ ਜੇ ਔਰਤਾਂ ਨੂੰ ਕਿ ਸਾਡੇ ਘਰ ਵਿੱਚ ਪੁੱਤਰ ਜੰਮੇ, ਸੋ ਉਹ ਕਾਰਨ ਜੇ ਜਿਹੜਾ ਇੱਕ ਕੈਂਸਰ ਵੱਧਦੇ ਦਾ ਕਾਰਨ ਜਾਂ ਇਹੋ ਜਿਹੇ ਰਿਸਕ ਫੈਕਟਰਸ ਦੇਖਦੇ ਆ ਬੱਚੇਦਾਨੀ ਕਈ ਵਾਰ ਕੱਢਣੀ ਪੈਂਦੀ ਜੇ। ਬਾਰ-ਬਾਰ ਧੀ ਕਿਉਂਕਿ ਪੈਦਾ ਹੁੰਦੀ ਜੇ ਤੇ ਉਹ ਬਾਰ-ਬਾਰ ਅਬੋਰਸ਼ਨਸ ਕਰਾਉਂਦੇ ਨੇ, ਸੋ ਗਰਭ ਡੇਗਣ ਦੇ ਨਾਲ ਜਿਹੜੀ ਕਮਜ਼ੋਰੀ ਹੋ ਜਾਣੀ ਔਰਤ ਤੇ ਮਾੜਾ ਮੋਟਾ ਲਹੂ ਵੱਧ ਪੈ ਜਾਣਾ, ਮਾਹਵਾਰੀ ਦੌਰਾਨ ਪੀੜ ਹੋਣੀ ਜਾਂ ਕੋਈ ਪਾਣੀ ਪੈਣਾ, ਜਿਵੇਂ ਉਹੋ ਜਿਹੀਆਂ ਸ਼ਿਕਾਇਤਾਂ ਨਾਲ ਜਦੋਂ ਜਾਂਦੀਆਂ ਸਨ, ਜਾਂ ਹਲਕੀ ਮਾਸਾ ਢਿੱਡ ਪੀੜ ਨਾਲ, ਤਾਂ ਇਹ ਜੋ ਉੱਥੇ ਪਿੰਡਾਂ ਵਿੱਚ ਨੀਮ ਹਕੀਮ ਬੈਠੇ ਸਨ ਉਹ ਡਰਾ ਧਮਕਾ ਦਿੰਦੇ ਸਨ, ਇਹ ਕੈਂਸਰ ਬਣ ਸਕਦਾ ਹੈ, ਤੇਰੀ ਮੌਤ ਹੋ ਜਾਏਗੀ, ਇਲਾਜ ਬਹੁਤ ਮਹਿੰਗਾ ਜੇ। ਸੋ ਇਸ ਕਰਕੇ ਜੇ ਬੱਚੇਦਾਨੀ ਕਢਾ ਦਿੱਤੀ ਜਾਵੇ ਤਾਂ ਫਿਰ ਤੈਨੂੰ ਇਹ ਸਾਰੇ ਖਤਰਿਆਂ ਤੋਂ ਸੁਰਖਰੂ, ਨਾ ਮਾਹਵਾਰੀ ਆਏਗੀ ਨਾ ਕੋਈ ਹੋਰ ਤੈਨੂੰ ਤਕਲੀਫ ਹੋਣ ਵਾਲੀ ਹੈ, ਸੋ ਤੂੰ ਮੌਤ ਦੇ ਮੂੰਹ ਤੋਂ ਬਚ ਜਾਏਂਗੀ। ਇਹਨਾਂ ਨੂੰ ਆਪਰੇਸ਼ਨ ਤੋਂ ਬਾਅਦ ਵੀ 500 ਰੁਪਏ ਪ੍ਰਤੀ ਮਹੀਨਾ ਸਾਲ ਦਵਾਈ ਦਿੱਤੀ ਜਾਂਦੀ ਸੀ ਕਿ ਭਾਈ ਅਜੇ ਵੀ ਅੰਦਰੋਂ ਜ਼ਖਮ ਅੱਲਾ ਅਜੇ ਵੀ ਅੱਲਾ ਕਰ ਕਰਕੇ ਯਾਨੀ ਲੁੱਟ ਕੇ ਖਾਏ ਜਾ ਚੁੱਕੇ ਸਨ ਪਿੰਡਾਂ ਦੇ ਪਿੰਡ। ਵਾਰ-ਵਾਰ ਅਬੋਰਸ਼ਨਸ ਕਰਾਉਣ ਨਾਲ ਬੱਚੇਦਾਨੀ ਦਾ ਇੰਨਾ ਕਮਜ਼ੋਰ ਹੋ ਜਾਣਾ ਕਿ ਪਟ ਜਾਣਾ ਇਹਨੇ, ਸੋ ਉਸ ਕਾਰਨ ਵੀ ਕਈ ਕੇਸ ਜਿਨ੍ਹਾਂ ਦੇ ਵਿੱਚ ਬੱਚੇਦਾਨੀ ਕੱਢਣੀ ਪੈ ਗਈ। ਨਾਜਾਇਜ਼ ਸਰੀਰਕ ਸੰਬੰਧ ਵਧਣ ਸਦਕਾ ਜਿਨ੍ਹਾਂ ਵਿੱਚ ਕੁਝ ਲਿਵ ਇਨ ਰਿਲੇਸ਼ਨਸ਼ਿਪਸ ਜਾਂ ਕੁਝ ਮਾਂ-ਪਿਓ ਦੇ ਜਾਣੇ ਬਗੈਰ ਜਿਨ੍ਹਾਂ ਥਾਵਾਂ ਤੇ ਬਣ ਰਹੇ ਨੇ, ਉੱਥੇ ਬੇਟੀਆਂ ਜਿਨ੍ਹਾਂ ਨੂੰ ਨਹੀਂ ਆਜ਼ਾਦੀ ਕੇ ਗੱਲ ਸਾਂਝੀ ਕਰ ਸਕਣ ਜਾਂ ਜਿਨ੍ਹਾਂ ਕੋਲ ਇਹ ਅਵੇਅਰਨੈਸ ਨਹੀਂ ਹੈ, ਉਹ ਦਾਈਆਂ ਦੇ ਕੋਲ ਪਹੁੰਚ ਜਾਂਦੀਆਂ ਨੇ ਜਿੱਥੇ ਉਹਨਾਂ ਨੂੰ ਬਹੁਤ ਅਲੱਗ-ਅਲੱਗ ਤਰੀਕਿਆਂ ਨਾਲ ਗਰਭ ਡੇਗਣ ਦੇ ਉਹਨਾਂ ਨੂੰ ਦੱਸੇ ਜਾਂਦੇ ਨੇ ਜਾਂ ਕਈ ਵਾਰ ਇੰਟਰਵੈਂਸ਼ਨਸ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਕਈ ਵਾਰ ਬੱਚੇਦਾਨੀ 'ਚ ਸੁਰਾਖ ਤੱਕ ਹੋ ਜਾਂਦਾ ਹੈ। ਇਹ ਨਾ ਸੋਚਿਓ ਕਿ ਕੋਈ ਅਲੱਗ ਜਿਹੀ ਗੱਲ ਸੁਣਾ ਰਹੀ ਹਾਂ, ਸਾਡੇ ਕੋਲ ਹਸਪੀਟਲ ਜਾ ਕੇ ਨੌਜਵਾਨ ਬੇਟੀਆਂ ਦੀ ਮੌਤ ਤੱਕ ਹੋ ਚੁੱਕੀ ਹੈ। ਉਹਨਾਂ ਦੇ ਸਿਰ ਤੇ ਖੜ ਕੇ ਬੋਤਲਾਂ ਸੱਚ ਜਾਣਿਓ ਖੂਨ ਦੀਆਂ ਚੜਾਈ ਦੀਆਂ ਨੇ, ਨਿਚੋੜ ਕੇ ਹੱਥ ਨਾਲ ਵੀ ਤੇਜ਼ੀ ਨਾਲ ਜਾਵੇ ਕਿਸੇ ਹੀ ਤਰੀਕੇ ਬਚਾਈਏ, ਪਰ ਉਹ ਇੰਨੀ ਮਾੜੀ ਹਾਲਤ ਵਿੱਚ ਪਹੁੰਚਦੀਆਂ ਨੇ ਨੌਜਵਾਨ ਬੇਟੀਆਂ ਕਿ ਅਸੀਂ ਬਚਾ ਨਹੀਂ ਸਕਦੇ। ਪਿਤਾ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਨਾਜਾਇਜ਼ ਸੰਬੰਧ ਬਣਾਏ ਨੇ ਤਾਂ ਉਹ ਆਪ ਹੀ ਧੂ ਕੇ ਚੁੱਕ ਕੇ ਲੈ ਜਾਂਦੇ ਸਨ ਐਮਰਜੈਂਸੀ ਵਿੱਚੋਂ ਕਿ ਅਸੀਂ ਤਾਂ ਇੰਝ ਹੀ ਮਾਰ ਮੁਕਾਵਾਂਗੇ। ਨਾਜਾਇਜ਼ ਸੰਬੰਧਾਂ ਦੀ ਗੱਲ ਹੋਏ, ਉਹ ਕੌਣ ਅੰਕੜੇ ਤਿਆਰ ਕਰ ਸਕਦਾ? ਉਹ ਤਾਂ ਸਾਨੂੰ ਕਦੇ ਵੀ ਨਹੀਂ ਮਿਲ ਸਕਦੇ ਅਨਲੈਸ ਕਿ ਇਹਦੀ ਡਿਟੇਲਡ ਕੌਣ ਕਰੇਗਾ। ਇਹ ਗੱਲਾਂ ਨਾ ਤੁਸੀਂ ਕੱਢ ਸਕਦੇ ਹੋ ਨਾ ਮੈਂ ਕੱਢ ਸਕਦੀ ਹਾਂ, ਤਾਂ ਉਹ ਅੰਕੜੇ ਸਾਡੇ ਅਜੇ ਲੁਕੇ ਹੋਏ ਨੇ। ਸਾਡਾ ਅੱਜ ਦੇ ਪ੍ਰੋਗਰਾਮ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈਗਾ, ਤੇ ਜ਼ਰੂਰ ਇੱਕ ਮੀਡੀਆ ਦੇ ਤੌਰ ਦੇ ਉੱਤੇ ਇੱਕ ਆਵਾਜ਼ ਹੈ ਜਿਹੜੀ ਉਹ ਅਸੀਂ ਚੁੱਕਣਾ ਚਾਹੁੰਦੇ ਹਾਂ ਕਿ ਆਖਰ ਇਸ ਪਾਸੇ ਵੀ ਜਿਹੜਾ ਉਹ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਪੰਜਾਬ ਦੂਸਰੇ ਨੰਬਰ ਤੇ ਆਇਆ ਹੈਗਾ ਤਾਂ ਸਰਕਾਰਾਂ ਵੀ ਇਸ ਪਾਸੇ ਧਿਆਨ ਦੇਣ, ਇਸ ਚੀਜ਼ ਤੇ ਸਖਤੀ ਨਾਲ ਰੋਕ ਲੱਗਣ ਦੀ ਲੋੜ ਹੈ। ਅਜੇ ਬਾਕੀ ਸਰਵੇਖਣ ਹੋਏ ਨਹੀਂ, ਇਹ ਅੰਕੜੇ ਨੇ ਜਿਨ੍ਹਾਂ ਵਿੱਚ ਸਿਰਫ ਪਹਿਲਾ ਜਾਂ ਦੂਜਾ ਹੀ ਸਟੇਟ ਹੋਇਆ, ਬਾਕੀ ਦੀਆਂ ਡਿਟੇਲਸ ਬਹੁਤ ਸਾਰੀਆਂ ਨੇ। ਇਹ ਜਾਣਬੁੱਝ ਕੇ ਸੋਚ ਸਮਝ ਕੇ ਕੋਈ ਚਾਲ ਹੈ ਇਹਦੇ ਪਿੱਛੇ, ਉਸ ਕਰਕੇ ਹੋ ਰਿਹਾ। ਸਮਾਜ ਨੂੰ ਕੀ ਕਰਨਾ ਚਾਹੀਦਾ ਹੈ, ਸਰਕਾਰ ਕੀ ਕਰ ਸਕਦੀ ਹੈ? ਕਿਸੇ ਨੇ ਕਹਿ ਦਿੱਤਾ ਕਿ ਤੁਹਾਡੀ ਬੱਚੇਦਾਨੀ ਇਸ ਔਰਤ ਦੀ ਕੱਢਣ ਦੀ ਲੋੜ ਹੈ, ਪਲੀਜ਼ ਉਸੇ ਥਾਂ ਤੇ ਨਾ ਰੁਕੋ, ਕਿਸੇ ਹੋਰ ਸਪੈਸ਼ਲਿਸਟ ਕੋਲ ਜਾਂ ਵੱਡੇ ਹਸਪੀਟਲ ਵਿੱਚ ਜ਼ਰੂਰ ਇੱਕ ਵਾਰ ਚੈੱਕਅਪ ਕਰਵਾਓ ਤੇ ਇਹ ਟੈਸਟੋਸਟੇਰੋਨ ਨਾ ਖਵਾਉਣੇ ਸ਼ੁਰੂ ਕਰੋ
ਇਹ ਮੌਤ ਦਾ ਕਾਰਨ ਬਣ ਰਹੇ ਨੇ। ਇਹਦੇ ਨਾਲ ਬੱਚੇ ਵੀ ਨਾਰਮਲ ਨਹੀਂ ਜੰਮਦੇ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਆਨੰਦਪ੍ਰੀਤ ਸਿੰਘ। ਹਰ ਵਾਰ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਵੀਂ ਜਾਣਕਾਰੀ, ਕੁਝ ਨਵੇਂ ਤੱਥ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ। ਤਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਇੱਕ ਨਵੀਂ ਜਾਣਕਾਰੀ ਜਿਹੜੀ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਸ਼ਾਇਦ ਤੁਹਾਡੇ ਤੱਕ ਨਹੀਂ ਪਹੁੰਚੀ ਹੋਏਗੀ, ਉਹ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਅਸੀਂ ਦਿੱਤਾ ਹੈ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੈਡਮ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸੁਣ ਸਕਦੇ ਨੇ, ਵੇਖ ਸਕਦੇ ਨੇ, ਸਭਨਾਂ ਨੂੰ ਨਿੱਘੀ ਫਤਿਹ ਜੀ ਮੈਮ, ਇੱਕ ਰਿਪੋਰਟ ਦਾ ਜ਼ਿਕਰ ਮੈਂ ਚਾਹੁੰਦਾ ਕਿ ਤੁਸੀਂ ਦੱਸੋ ਕਿ ਅੱਜ ਸਾਡਾ ਵਿਸ਼ਾ ਕੀ ਹੈ ਤੇ ਕਿਹੜੀ ਰਿਪੋਰਟ ਹੈ ਜਿਹਨੂੰ ਅਸੀਂ ਆਧਾਰ ਬਣਾ ਕੇ ਅੱਜ ਦੀ ਗੱਲਬਾਤ ਕਰ ਰਹੇ ਹਾਂ, ਤੇ ਇਹਦਾ ਖਾਸ ਕਰਕੇ ਪੰਜਾਬੀਆਂ ਦੇ ਨਾਲ ਕੀ ਸਬੰਧ ਹੈ? ਦੇਖੋ, ਇਹ ਰਿਪੋਰਟ ਸੀ ਕਿ ਇੱਕ ਰੈਕਟ, ਇੱਕ ਪਰਦਾਫਾਸ਼ ਜਿਹਦਾ ਹੋਇਆ, ਉਹ ਸੀ ਕਿ ਔਰਤਾਂ ਦੀਆਂ ਬੱਚੇਦਾਨੀਆਂ ਕੱਢੀਆਂ ਜਾ ਰਹੀਆਂ ਨੇ। ਸੋ ਇਹਦਾ ਜੋ ਪਹਿਲਾਂ ਸਾਡੇ ਕੋਲ ਰਿਪੋਰਟ ਪਹੁੰਚ ਚੁੱਕੀ ਹੋਈ ਸੀ, ਜੋ ਕਿ ਨਸ਼ਰ ਵੀ ਹੋਈ ਇੱਕ ਨੈਸ਼ਨਲ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ, ਜਿਹਦਾ ਕਿ ਹੈਡਲਾਈਨ ਏਦਾਂ ਸੀ ਕਿ 125 ਹਿਸਟਰੈਕਟਮੀਆਂ ਹੋਈਆਂ ਹੋਣੇ, ਜਿਹੜੀਆਂ ਕਿ ਇੱਕ ਖਾਸ ਤੌਰ ਤੇ ਟਰਾਈਬਲ ਔਰਤਾਂ ਦੀਆਂ, ਜਿਹੜੀਆਂ ਇੱਕ ਕੰਨੜਮ ਪਿੰਡ ਦੇ ਵਿੱਚ ਆਂਧਰ ਪ੍ਰਦੇਸ਼ ਵਿੱਚ ਹਨ। ਸੋ ਉਹ ਜੋ ਰਿਪੋਰਟ ਸੀ, ਜਦੋਂ ਉੱਥੋਂ ਦੇ ਗਾਇਨੇਕੋਲੋਜਿਸਟ ਨੇ ਸਾਰਾ ਸਰਵੇ ਕੀਤਾ ਸੀ, ਤਾਂ ਇਹਦੀ ਰਿਪੋਰਟ ਦਿੱਤੀ ਸੀ ਕਿ ਇਹਨਾਂ ਥਾਵਾਂ ਤੇ 20 ਸਾਲ ਤੋਂ ਛੋਟੀਆਂ ਜਿਹੜੀਆਂ ਉਮਰ ਦੀਆਂ ਔਰਤਾਂ ਨੇ, ਉਹਨਾਂ ਨੂੰ ਹਲਕਾ ਮਾਸਾ ਵੀ ਵੱਧ ਲਹੂ ਪੈਣ ਲੱਗ ਜਾਂਦਾ ਸੀ, ਜਾਂ ਪਾਣੀ ਪੈਣਾ, ਜਾਂ ਕੁਝ ਵੀ ਉਹ ਚੀਜ਼ ਜਿਹੜੀ ਕਿ ਦਵਾਈ ਨਾਲ ਹਫ਼ਤੇ 'ਚ ਠੀਕ ਹੋ ਜਾਣੀ ਹੈ, ਉਹਨੂੰ ਡਰਾ ਧਮਕਾ ਕੇ ਜੀ ਉੱਥੋਂ ਦੇ, ਕਿਉਂਕਿ ਹੈਡਲਾਈਨ ਜੇ ਯੂਟਰਸ ਨੈਚਰਸ ਆਫ ਆਂਧਰਾ, ਇਹ ਖਬਰ ਜੇ ਜਿਹਦੇ ਤੇ ਖੋਜ ਵੀ ਹੋ ਚੁੱਕੀ ਜੇ। ਕਾਰਨ ਲਿਖਿਆ ਸੀ ਕਿ ਉੱਥੇ ਜਿੰਨੀਆਂ ਵੀ ਪਿੰਡ ਦੇ ਵਿੱਚ ਰਹਿੰਦੀਆਂ ਪੇਂਡੂ ਔਰਤਾਂ ਨੇ, ਉਹ ਉੱਥੋਂ ਦੇ ਜੋ ਕੁਐਕਸ ਨੇ, ਜਿਹੜੇ ਨੀਮ ਹਕੀਮ, ਉਹ ਅਸਲ ਵਿੱਚ ਇਹਦੇ ਵਿੱਚ ਇੱਕ ਧੰਦੇ ਦੇ ਤੌਰ ਤੇ, ਸੇਲਜ਼ਮੈਨ ਲਫ਼ਜ਼ ਵਰਤਿਆ ਗਿਆ, ਕਿ ਧੰਦਾ ਬਣਾ ਕੇ ਉਹ ਇਹਦੇ ਵਿੱਚੋਂ ਆਪਣਾ ਕਮਿਸ਼ਨ ਖਾਣ ਦੇ ਚੱਕਰ ਵਿੱਚ, ਅੰਦਾਜ਼ਾ ਲਾਇਓ 20 ਸਾਲ ਤੋਂ ਛੋਟੀ ਉਮਰ ਦੀਆਂ ਜਿਹੜੀਆਂ ਔਰਤਾਂ ਨੇ, ਉਹਨਾਂ ਦੀ ਬੱਚੇਦਾਨੀ ਕਢਾਉਣ ਵਿੱਚ ਇਹ ਇੱਕ ਐਸਾ ਰੈਕਟ ਸੀ ਜਿਹਦਾ ਪਰਦਾਫਾਸ਼ ਹੋਇਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਤਾਂ ਲਗਭਗ ਦੁਨੀਆ ਭਰ ਵਿੱਚ, ਭਾਰਤ ਵਿੱਚ ਤਾਂ ਹੈ ਹੀ, ਪਰ ਆਂਧਰ ਪ੍ਰਦੇਸ਼ ਵਿੱਚ 31.4% ਸਨ ਜਿਹੜੀਆਂ ਔਰਤਾਂ ਜੋ ਕੁਦਰਤੀ ਜਦੋਂ ਮਾਹਵਾਰੀ ਬੰਦ ਹੋਣੀ ਹੁੰਦੀ ਹੈ ਉਸ ਤੋਂ ਕਿਤੇ ਪਹਿਲਾਂ, ਯਾਨੀ ਜਿਹੜੀ ਕਿਸੇ ਔਰਤ ਨੇ 50 ਵਰਿਆਂ ਤੇ ਜਾ ਕੇ ਮਾਹਵਾਰੀ ਬੰਦ ਹੋਣੀ ਸੀ, ਉਹ 20 ਵਰਿਆਂ ਦੀ ਉਮਰ ਤੋਂ ਵੀ ਘੱਟ ਤੇ ਬੰਦ ਹੋ ਜਾਣੀ, ਜਿਸ ਨਾਲ ਛੇਤੀ ਮੌਤਾਂ ਹੋ ਜਾਣੀਆਂ, ਉਹਨਾਂ ਦੇ ਮਾਨਸਿਕ ਰੋਗੀ ਬਣ ਜਾਣਾ, ਜਿਨ੍ਹਾਂ ਵਿੱਚ ਇਸ ਆਪਰੇਸ਼ਨ ਦੌਰਾਨ, ਕਿਉਂਕਿ 10,000 ਤੋਂ 50,000 ਰੁਪਏ ਦਾ ਇਹ ਅੰਕੜੇ ਦਰਜ ਨੇ ਕਿ ਇੰਨਾ ਖਰਚਾ ਉਹਨਾਂ ਦਾ ਜਿਹੜਾ 1.5 ਲੱਖ ਲੈਂਦਾ ਸੀ, ਉਹਨਾਂ ਚੋਂ 10 ਤੋਂ 50,000 ਦਾ ਕਮਿਸ਼ਨ ਸੀ ਜਿਹੜੇ ARM ਦੀ ਖਾ ਰਹੇ ਸਨ। ਸੋ ਉਹ ਹੁਣ 1.5 ਲੱਖ, ਜਿਨ੍ਹਾਂ ਕੋਲ ਇੰਨਾ ਪੈਸਾ ਹੀ ਨਹੀਂ ਸੀ, ਉਹ ਕਰਜ਼ਈ ਹੋਏ ਪਏ ਸਨ। ਡਰਾ ਧਮਕਾ ਕੇ ਜਿਵੇਂ ਉਹਨਾਂ ਤੋਂ ਇਹ ਲਿਆ ਜਾ ਰਿਹਾ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਈਆਂ ਦੇ ਅਜਿਹੇ ਸੀ ਕੇਸ ਜਿੱਥੇ ਉਹਨਾਂ ਦੇ ਪਤੀ ਛੱਡ ਗਏ ਤੇ ਉਹ ਬਿਲਕੁਲ ਹੀ ਔਰਤਾਂ ਹੁਣ ਯਾਨੀ ਕਿਸੇ ਹੀ ਪਾਸੇ ਜੋਗੀਆਂ ਨਹੀਂ ਰਹੀਆਂ। ਤੇ 2008-2009 ਦੀ ਗਵਰਨਮੈਂਟ ਆਫ ਇੰਡੀਆ ਦੀ ਰਿਪੋਰਟ ਉਦੋਂ ਆਈ ਸੀ ਕਿ ਸਾਡੇ ਕੋਲ 11,000 ਔਰਤਾਂ ਨੇ ਜਿਨ੍ਹਾਂ ਦੇ ਇਹ ਬੱਚੇਦਾਨੀਆਂ ਕੱਢ ਦਿੱਤੀਆਂ ਗਈਆਂ, ਜਿਨ੍ਹਾਂ ਦੀ ਲੋੜ ਨਹੀਂ ਸੀ, ਜਿਨ੍ਹਾਂ ਵਿੱਚੋਂ 50% ਤੋਂ ਵੱਧ 35 ਸਾਲ ਤੋਂ ਛੋਟੀਆਂ। ਇਹ ਗਵਰਨਮੈਂਟ ਆਫ ਇੰਡੀਆ ਦੀ 2008-2009 ਦੀ ਰਿਪੋਰਟ ਸੀ। ਮੈਂ ਮੈਨੂੰ ਇੱਕ ਗੱਲ ਦੱਸਿਓ, ਤੋਂ ਇੱਥੇ ਮੈਂ ਬਾਅਦ ਚਾਹੁੰਦਾ ਤੁਹਾਨੂੰ ਰੋਕਣਾ ਚਾਹੁੰਦਾ ਕਿ ਬੱਚੇਦਾਨੀਆਂ ਬਾਹਰ ਕੱਢ ਕਿੱਦਾਂ ਦਿੱਤੀਆਂ, ਕਿ ਇਹ ਨਹੀਂ ਮੈਨੂੰ ਗੱਲ ਸਮਝ ਆਈ, ਤੁਸੀਂ ਇਹ ਸਮਝਾਓ ਜੇ। ਜਿਵੇਂ ਔਰਤ ਤੇ ਮਾੜਾ ਮੋਟਾ ਲਹੂ ਵੱਧ ਪੈ ਜਾਣਾ, ਮਾਹਵਾਰੀ ਦੌਰਾਨ ਪੀੜ ਹੋਣੀ, ਜਾਂ ਕੋਈ ਪਾਣੀ ਪੈਣਾ, ਜਿਵੇਂ ਉਹੋ ਜਿਹੀਆਂ ਸ਼ਿਕਾਇਤਾਂ ਨਾਲ ਜਦੋਂ ਜਾਂਦੀਆਂ ਸਨ, ਜਾਂ ਹਲਕੀ ਮਾਸਾ ਢਿੱਡ ਪੀੜ ਨਾਲ, ਤਾਂ ਇਹ ਜੋ ਉੱਥੇ ਪਿੰਡਾਂ ਵਿੱਚ ਨੀਮ ਹਕੀਮ ਬੈਠੇ ਸਨ, ਉਹ ਡਰਾ ਧਮਕਾ ਦਿੰਦੇ ਸਨ, ਇਹ ਕੈਂਸਰ ਬਣ ਸਕਦਾ ਹੈ, ਤੇਰੀ ਮੌਤ ਹੋ ਜਾਏਗੀ, ਇਲਾਜ ਬਹੁਤ ਮਹਿੰਗਾ ਜੇ। ਸੋ ਇਸ ਕਰਕੇ ਜੇ ਬੱਚੇਦਾਨੀ ਕਢਾ ਦਿੱਤੀ ਜਾਵੇ ਤਾਂ ਫਿਰ ਤੈਨੂੰ ਇਹ ਸਾਰੇ ਖਤਰਿਆਂ ਤੋਂ ਸੁਰਖਰੂ, ਨਾ ਮਾਹਵਾਰੀ ਆਏਗੀ, ਨਾ ਕੋਈ ਹੋਰ ਤੈਨੂੰ ਤਕਲੀਫ ਹੋਣ ਵਾਲੀ ਹੈ, ਸੋ ਤੂੰ ਮੌਤ ਦੇ ਮੂੰਹ ਤੋਂ ਬਚ ਜਾਏਗੀ। ਆਂਧਰਾ ਸੋ ਪ੍ਰਦੇਸ਼ ਚ ਹੋਇਆ ਜੀ। ਇਹ ਆਂਧਰਾ ਪ੍ਰਦੇਸ਼ ਦੀ ਰਿਪੋਰਟ ਦਰਜ ਹੋਈ ਸੀ। ਜੀ ਉਸ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਉਹ ਜਦੋਂ ਇਹ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਸਾਰਾ
ਇਹਨੂੰ ਟੇਕ ਅਪ ਕੀਤਾ ਗਿਆ ਕਿ ਇਹਦੇ ਤੇ ਰੋਕ ਲੱਗੇ, ਉੱਤੇ ਕਮਿਸ਼ਨ ਬਿਠਾਇਆ, ਸਾਰਾ ਜਾ ਕੇ ਚੈੱਕਅਪ ਹੋਏ, ਤਾਂ ਉਹਦੇ ਵਿੱਚ ਦੇਖਿਆ ਕਿ ਇਹਨਾਂ ਨੂੰ ਆਪਰੇਸ਼ਨ ਤੋਂ ਬਾਅਦ ਵੀ 500 ਰੁਪਏ ਪ੍ਰਤੀ ਮਹੀਨਾ ਸਾਲਾਂ ਸਾਲ ਦਵਾਈ ਦਿੱਤੀ ਜਾਂਦੀ ਸੀ ਕਿ ਭਾਈ ਅਜੇ ਵੀ ਅੰਦਰੋਂ ਜ਼ਖਮ ਅੱਲਾ ਅਜੇ ਵੀ ਅੱਲਾ ਕਰ ਕਰਕੇ, ਯਾਨੀ ਲੁੱਟ ਕੇ ਖਾਏ ਜਾ ਚੁੱਕੇ ਸਨ। ਪਿੰਡਾਂ ਦੇ ਪਿੰਡ ਅਜਿਹੀਆਂ ਔਰਤਾਂ ਨਾਲ ਭਰ ਗਏ ਸਨ ਜਿਨ੍ਹਾਂ ਦੀਆਂ ਬੱਚੇਦਾਨੀਆਂ ਕੱਢ ਦਿੱਤੀਆਂ ਗਈਆਂ ਸਿਰਫ ਕਮਿਸ਼ਨ ਖਾਣ ਦੇ ਚੱਕਰ ਵਿੱਚ। ਅੱਛਾ ਮੈਂ ਦੱਸਾਂਗੀ ਇਹਦੇ ਖਤਰੇ ਕੀ ਨੇ ਜਿਹੜਾ ਆਪਾਂ ਨੂੰ ਇਹ ਨਾ ਪਤਾ ਹੋਏ, ਪਰ ਉਸ ਤੋਂ ਅੱਗੇ ਮੈਂ ਇਸ ਕਾਰਨ ਇਹ ਗੱਲ ਤੁਹਾਨੂੰ ਦੱਸਣਾ ਚਾਹ ਰਹੀ ਹਾਂ ਕਿ ਹੁਣ ਐਨਲਸ ਆਫ ਮੈਡੀਕਲ ਐਂਡ ਹੈਲਥ ਸਾਇੰਸਿਸ ਰਿਸਰਚ ਵਿੱਚ ਇਹ ਖੋਜ ਛਪੀ ਹੈ, ਜਿਹਦੇ ਵਿੱਚ ਜਿੰਨੇ ਕੁ ਇਹਨੂੰ ਅਸੀਂ ਪ੍ਰੀ ਮੈਚਿਓਰ ਮੀਨੋਪੌਜ਼ ਕਹਿੰਦੇ ਹਾਂ। ਪ੍ਰੀ ਮੈਚਿਓਰ ਦਾ ਮਤਲਬ ਹੈ ਕਿ ਜੋ 50 ਸਾਲ ਦੀ ਉਮਰ ਤੇ ਔਰਤ ਦੇ ਹਾਰਮੋਨਾਂ ਦੀ ਤਬਦੀਲੀ ਹੋਣੀ ਸੀ, ਉਹ 18 ਵਰਿਆਂ ਦੀ ਅੱਲੜ ਉਮਰ ਵਿੱਚ ਹੋ ਜਾਣੀ। ਇੱਕ ਤਾਂ ਉਹਦੇ ਜ਼ਾਹਰ ਹੈ ਕਿ ਕਦੇ ਮਾਂ ਬਣ ਹੀ ਨਹੀਂ ਸਕਣੀ, ਪਰ ਹਾਰਮੋਨਾਂ ਦੀ ਗੜਬੜੀ ਕਾਰਨ ਇਹਨਾਂ ਦੇ ਵਿੱਚ ਕਈ ਕਿਸਮਾਂ ਦੇ ਮਾਨਸਿਕ ਰੋਗ, ਇਹਨਾਂ ਦੀਆਂ ਹੱਡੀਆਂ ਦਾ ਖੁਰਨਾ, ਕੈਂਸਰ ਦੇ ਕਾਫੀ ਆਸਾਰ ਵੱਧ ਜਾਣੇ। ਇਸ ਤੋਂ ਇਲਾਵਾ ਇਹਨਾਂ ਦੇ ਕਈ ਕਿਸਮ ਦੇ ਜਿਹੜੇ ਮੂਡ ਵਿੱਚ ਤਬਦੀਲੀ, ਚਿੜਚਿੜਾਪਨ, ਜਾਂ ਫਿਰ ਇਹਨਾਂ ਵਿੱਚ ਦਿਲ ਦੇ ਰੋਗ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਣਾ, ਮੌਤ ਦਰ ਕਈ ਗੁਣਾ ਵੱਧ ਜਾਣੀ, ਨੌਜਵਾਨ ਹੀ ਅਜੇ 30 ਵਰਿਆਂ ਦੀ ਉਮਰ ਤੇ ਹੀ ਮੌਤ ਹੋ ਜਾਣੀ। ਇਹੋ ਜਿਹੇ ਕਈ ਕੁਝ ਵੇਖਿਆ ਗਿਆ, ਪਰ ਇਹ ਵੇਖਿਆ ਗਿਆ ਕਿ ਇੰਨੀ ਭਾਰੀ ਮਾਤਰਾ ਵਿੱਚ ਬੱਚੇਦਾਨੀਆਂ ਕੱਢਣ ਨਾਲ ਉਹ ਟ੍ਰਾਈਬਲ ਜੋ ਇਲਾਕਾ ਸੀ, ਕਿਉਂਕਿ ਹੁਣ ਆਪਾਂ 2022 ਵਿੱਚ ਆ, ਕਾਫੀ ਯਾਨੀ ਅਗਾਂਹ ਗੱਲ ਆ ਚੁੱਕੀ ਹੋਈ ਹੈ, ਵੇਖਿਆ ਗਿਆ ਕਿ ਉੱਥੇ ਜਨਮ ਦਰ ਜ਼ਾਹਰ ਹੈ ਜਦ ਬੱਚੇਦਾਨੀ ਹੋਈ ਨਹੀਂ ਤੇ ਜੰਮਣਾ ਬੱਚੇ ਕਿੱਥੇ ਸੀ, ਕਿੱਥੇ ਬੱਚੇ ਨੇ ਠਹਿਰਨਾ ਸੀ, ਇੰਨਾ ਘਟ ਗਿਆ ਕਿ ਉਹ ਟ੍ਰਾਈਬਲ ਇਲਾਕੇ ਵਿੱਚ ਜੋ ਕੰਨੜਮ ਏਰੀਆ ਦਾ ਨਾਮ ਲਿਆ ਜਾਂਦਾ ਹੈ ਕਿ ਉੱਥੇ ਤਾਂ ਲਗਭਗ ਖਾਤਮੇ ਦੀ ਕਗਾਰ ਵੱਲ ਉਹ ਟ੍ਰਾਈਬ ਜਾਣੀਆਂ ਸ਼ੁਰੂ ਹੋ ਗਈਆਂ ਸਨ। ਖੈਰ ਬੜਾ ਤਗੜਾ ਇਹਦਾ ਰਿਸਪੌਂਸ ਹੋਇਆ, ਪੂਰੇ ਭਾਰਤ ਵਿੱਚ ਹੋ ਹੱਲਾ ਮਚਿਆ। ਉਸ ਤੋਂ ਬਾਅਦ ਜਿਵੇਂ ਗਵਰਨਮੈਂਟ ਨੇ ਇਹਦੇ ਵਿੱਚ ਇੰਟਰਵੀਨ ਕੀਤਾ, ਕਾਫੀ ਕਮੇਟੀਆਂ ਵੀ ਗਈਆਂ, ਸੋ ਉਹਨਾਂ ਨੂੰ ਜਾਗਰਤੀ ਦਵਾਈ ਗਈ, ਡਾਕਟਰ ਭੇਜੇ ਗਏ, ਇਹਨਾਂ ਨੂੰ ਸਾਰਾ ਸਮਝਾਇਆ ਜਾਵੇ। ਜਿਨ੍ਹਾਂ ਗਾਇਨੋਕੋਲੋਜਿਸਟ ਨੇ ਰਿਪੋਰਟ ਦਿੱਤੀ ਸੀ ਉਹਨਾਂ ਨੇ ਫਿਰ ਅੱਗੋਂ ਇੱਕ ਅਵੇਅਰਨੈਸ ਕੈਂਪੇਨ ਵੀ ਸ਼ੁਰੂ ਕਰ ਦਿੱਤਾ। ਤਾਂ ਹੁਣ ਦੇ ਅੰਕੜੇ ਦੱਸਦੇ ਹਾਂ ਆਪਾਂ ਲੇਟੈਸਟ ਕੀ ਨੇ, ਜਿਹਦੇ ਵਿੱਚ ਅੱਜ ਵੀ ਆਂਧਰਾ ਪ੍ਰਦੇਸ਼ ਨੰਬਰ 1 ਨੇ। ਮੈਂ ਹੁਣ ਤੁਹਾਨੂੰ ਇੱਕ ਮੈਡੀਕਲ ਜਰਨਲ ਵਿੱਚ ਛਪੀ ਰਿਪੋਰਟ ਦੱਸ ਰਹੀ ਹਾਂ ਜੋ ਸਰਵੇਖਣ ਹੋਇਆ, ਜਿਸ 'ਚ ਉਹਨਾਂ ਨੇ ਕਿਹਾ ਆਂਧਰਾ ਪ੍ਰਦੇਸ਼ ਹੁਣ, ਜੋ ਆਪਾਂ ਪਹਿਲਾਂ ਗੱਲ ਕੀਤੀ ਸੀ 31.4, ਹੁਣ 23.1% ਜੇ, ਪਰ ਅਜੇ ਵੀ ਇੱਕ ਨੰਬਰ ਤੇ ਹੀ ਹੈ ਭਾਰਤ ਵਿੱਚ। ਜ਼ਰਾ ਦੂਜੇ ਨੰਬਰ ਤੇ ਕੌਣ ਆ ਗਿਆ ਧਿਆਨ ਕਰਿਓ, ਪੰਜਾਬ, ਅੱਛਾ ਜੀ, ਜਿਹਦੀ ਰੇਸ਼ੋ 21.2% ਜੇ। ਯਾਨੀ ਜੇ 23.1% ਉੱਥੇ ਹੈ ਤਾਂ ਅਸੀਂ 21.2% ਤੇ ਪਹੁੰਚ ਚੁੱਕੇ ਹਾਂ। ਅੰਦਾਜ਼ਨ ਉਹ ਕਹਿੰਦੇ ਨੇ ਕਿ ਹਰ ਇੱਕ ਔਰਤ 5 ਦੇ ਵਿੱਚੋਂ, ਜੋ ਕਿ ਅਜੇ 45 ਵਰੇ ਜਿਹਨੇ ਪੂਰੇ ਨਹੀਂ ਕੀਤੇ ਹੋਏ, ਉਹ ਇਸ ਵੇਲੇ ਬੱਚੇਦਾਨੀ ਦੇ ਕੱਢਣ ਵਾਲੇ ਪਾਸੇ ਨੂੰ ਤੋਰਾ ਪਾ ਚੁੱਕੀ ਹੈ। ਹੁਣ ਇਹਦੇ ਵਿੱਚ ਐਗਜ਼ੈਕਟ ਉਹੀ ਕਾਰਨ ਦੱਸੇ ਗਏ ਕਿ ਵੱਡੀ ਪੱਧਰ ਤੇ ਪਿੰਡਾਂ ਦੇ ਵਿੱਚ ਇਹੀ ਨੀਮ ਹਕੀਮਾਂ ਵੱਲੋਂ ਕਹਿ ਦੇਣਾ ਕਿ ਤੁਸੀਂ RMPs, ਜਿਹੜੇ ਕਈਆਂ ਵੱਲੋਂ ਇਹ ਕਹਿਣਾ ਕਿ ਤੁਸੀਂ ਇਸੇ ਤਰ੍ਹਾਂ ਕੈਂਸਰ ਤੁਹਾਨੂੰ ਹੋ ਜਾਏਗਾ, ਇਹ ਤੁਹਾਡਾ ਜਿਹੜਾ ਲਹੂ ਪੈਣਾ ਸ਼ੁਰੂ ਹੋਇਆ ਹੈ, ਜਾਂ ਇਸ ਤਰੀਕੇ ਦੀਆਂ ਯਾਨੀ ਗਲਤ ਸ਼ਲਤ ਉਹਨਾਂ ਨੂੰ ਗੱਲਾਂ ਕਰਕੇ ਜਿਸ ਤਰੀਕੇ ਭਰਮਾ ਕੇ ਇਹ ਬੱਚੇਦਾਨੀ ਕੱਢਣੀ ਸ਼ੁਰੂ ਹੋਈ। ਜਾਂ ਜੋ ਦੂਸਰਾ ਕੇਸ ਬੜੀ ਸ਼ਰਮਿੰਦਗੀ ਜਿਹੀ ਵਾਲਾ ਕਿ ਇੰਨੇ ਜ਼ਿਆਦਾ ਉਹਨਾਂ ਨੇ ਅਬੋਰਸ਼ਨਸ ਕਰਾਈਆਂ ਕਿ ਸਾਡੇ ਕੁੱਖ ਵਿੱਚ ਧੀ ਜੰਮੀ ਜਾ ਰਹੀ ਹੈ। ਸੋ ਵਾਰ-ਵਾਰ ਅਬੋਰਸ਼ਨਸ ਕਰਾਉਣ ਨਾਲ ਬੱਚੇਦਾਨੀ ਦਾ ਇੰਨਾ ਕਮਜ਼ੋਰ ਹੋ ਜਾਣਾ ਕਿ ਫਟ ਜਾਣਾ ਇਹਨੇ। ਸੋ ਉਸ ਕਾਰਨ ਵੀ ਕਈ ਕੇਸ ਜਿਨ੍ਹਾਂ ਦੇ ਵਿੱਚ ਬੱਚੇਦਾਨੀ ਕੱਢਣੀ ਪੈ ਗਈ, ਯਾਨੀ ਮੈਡੀਕਲ ਰੀਜ਼ਨਸ ਵੀ ਲੱਭੇ। ਸੋ ਇਹਦੇ ਵਿੱਚ ਪੰਜਾਬ ਦਾ ਇੰਨਾ ਉਭਾਰ ਆਣਾ, ਜਿੱਥੇ ਸਾਡੀਆਂ ਔਰਤਾਂ ਦੇ ਮਾਂ ਬਣਨ ਦੇ ਆਸਾਰ ਹੀ ਖਤਮ ਹੋ ਜਾਣੇ। ਗਿਣਤੀ ਤਾਂ ਵੇਖੋ ਜੋ ਲਿਖੀ ਹੋਈ ਹੈ ਜਰਨਲ ਵਿੱਚ, 21.2% ਜਿਨ੍ਹਾਂ ਦੇ ਇਹ ਔਰਤਾਂ ਦੇ ਕੱਢੇ ਜਾ ਰਹੇ ਨੇ ਇਸ ਵੇਲੇ। ਇਹ ਬੜੀ ਅਲਾਰਮਿੰਗ ਜੇ ਹੁੰਦੇ ਨੇ ਕੰਮ, ਜੋ ਕਿ ਅਸੀਂ, ਕਿਉਂਕਿ ਮੈਂ ਤਾਂ ਇਹ ਸਰਵੇਖਣ ਕੀਤਾ ਨਹੀਂ, ਨਾ ਤੁਸੀਂ ਕਰ ਸਕਦੇ ਹੋ, ਜ਼ਾਹਰ ਗਾਇਨੋਕੋਲੋਜਿਸਟ ਕੋਲ ਗਏ ਹੋਣਗੇ ਤੇ ਫਿਰ ਇੱਕ ਨਾਮਵਰ ਜਰਨਲ ਵਿੱਚ ਛਪ ਜਾਣੀ ਗੱਲ ਮਾਇਨੇ ਰੱਖਦੀ ਹੈ, ਜਿਸ ਵਿੱਚ ਪਬਮੈਡ ਮੈਂ ਦੱਸਦੇ ਹਾਂ, ਬੜਾ ਨਾਮੀ ਇਹ ਅਸੀਂ ਰਸਾਲਾ ਗਿਣਦੇ ਹਾਂ, ਜਿਸ ਵਿੱਚ ਸਿਰਫ ਉਹੀ ਖੋਜ ਛਪਦੀ ਹੈ ਜਿਹਦੇ ਉੱਤੇ ਅਸੀਂ 100% ਮੰਨਦੇ ਹਾਂ ਕਿ ਹਾਂ ਇਹ ਸਹੀ ਛਪੀ ਹੈ।
ਹੁਣ ਇਹਦੇ ਵਿੱਚ ਜੋ ਕਾਰਨ ਦੱਸੇ ਜਾ ਰਹੇ ਨੇ ਕਿ ਸਿਰਫ ਆਰਐਮਪੀ ਤਾਂ ਉੱਥੇ ਕੰਮ ਕਰ ਰਹੇ ਸਨ ਜੋ ਕਿ ਇੱਥੇ ਵੀ ਵੱਡੀ ਪੱਧਰ ਵਿੱਚ ਪਿੰਡਾਂ ਵਿੱਚ ਭਰਮਾ ਰਹੇ ਨੇ ਬੇਟੀਆਂ ਨੂੰ। ਹੁਣ ਨਾਲ ਦੇਖੋ ਕਿ ਕੀ ਗੱਲਾਂ ਨੇ ਇਸ 'ਚ ਕਾਰਨ ਬੜੇ ਹੈਰਾਨੀਜਨਕ ਨੇ। ਇੱਕ ਟੈਸਟੋਸਟੇਰੋਨ ਖਵਾਇਆ ਜਾਂਦਾ ਜੇ ਔਰਤਾਂ ਨੂੰ ਕਿ ਸਾਡੇ ਘਰ ਵਿੱਚ ਪੁੱਤਰ ਜੰਮੇ, ਸੋ ਉਹ ਕਾਰਨ ਜੇ ਜਿਹੜਾ ਇੱਕ ਕੈਂਸਰ ਵੱਧਦੇ ਦਾ ਕਾਰਨ ਜਾਂ ਇਹੋ ਜਿਹੇ ਰਿਸਕ ਫੈਕਟਰਸ ਦੇਖਦੇ ਆ ਬੱਚੇਦਾਨੀ ਕਈ ਵਾਰ ਕੱਢਣੀ ਪੈਂਦੀ ਜੇ। ਇਹਦੇ ਨਾਲੋਂ ਨਾਲ ਕਈ ਕੇਸ ਜਿਵੇਂ ਮੈਂ ਹੁਣ ਦੱਸ ਹੀ ਚੁੱਕੀ ਹਾਂ ਕਿ ਬਾਰ-ਬਾਰ ਧੀ ਕਿਉਂਕਿ ਪੈਦਾ ਹੁੰਦੀ ਜੇ ਤੇ ਉਹ ਬਾਰ-ਬਾਰ ਅਬਾਰਸ਼ਨਸ ਕਰਾਉਂਦੇ ਨੇ, ਸੋ ਗਰਭ ਡੇਗਣ ਦੇ ਨਾਲ ਜਿਹੜੀ ਕਮਜ਼ੋਰੀ ਹੋ ਜਾਣੀ ਉਸ ਕਾਰਨ। ਤੀਸਰਾ ਕਾਰਨ ਜੋ ਇੱਕ ਹੋਰ ਦੇਖਣ ਵਿੱਚ ਆਇਆ ਜੇ ਕਿ ਜਦੋਂ ਹੁਣ ਧਿਆਨ ਕਰਿਓ ਮੇਰੇ ਨਹੀਂ ਲਿਖੇ ਕਿ ਕਿੰਤੂ ਪ੍ਰੰਤੂ ਕਰਨਾ ਹੈ ਤਾਂ ਉਹ ਤੁਸੀਂ ਇਸ ਰਿਸਾਲੇ ਤੇ ਕਰ ਸਕਦੇ ਹੋ। ਉਹਦੇ ਵਿੱਚ ਲਿਖਿਆ ਕਿ ਨਾਜਾਇਜ਼ ਸਰੀਰਕ ਸੰਬੰਧ ਵਧਣ ਸਦਕਾ ਜਿਨ੍ਹਾਂ ਵਿੱਚ ਕੁਝ ਲਿਵ ਇਨ ਰਿਲੇਸ਼ਨਸ਼ਿਪਸ ਜਾਂ ਕੁਝ ਮਾਪਿਓ ਦੇ ਜਾਣੇ ਬਗੈਰ ਜਿਨ੍ਹਾਂ ਥਾਵਾਂ ਤੇ ਬਣ ਰਹੇ ਨੇ ਉੱਥੇ ਇਹ ਬੇਟੀਆਂ ਜਿਨ੍ਹਾਂ ਨੂੰ ਨਹੀਂ ਆਜ਼ਾਦੀ ਕਿ ਗੱਲ ਸਾਂਝੀ ਕਰ ਸਕਣ ਜਾਂ ਜਿਨ੍ਹਾਂ ਕੋਲ ਇਹ ਅਵੇਅਰਨੈਸ ਨਹੀਂ ਹੈ, ਉਹ ਦਾਈਆਂ ਦੇ ਕੋਲ ਪਹੁੰਚ ਜਾਂਦੀਆਂ ਨੇ ਜਿੱਥੇ ਉਹਨਾਂ ਨੂੰ ਬਹੁਤ ਅਲੱਗ-ਅਲੱਗ ਤਰੀਕਿਆਂ ਨਾਲ ਗਰਭ ਡੇਗਣ ਦੇ ਉਹਨਾਂ ਨੂੰ ਦੱਸੇ ਜਾਂਦੇ ਨੇ ਜਾਂ ਕਈ ਵਾਰ ਇੰਟਰਵੈਂਸ਼ਨਸ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਕਈ ਵਾਰ ਬੱਚੇਦਾਨੀ 'ਚ ਸੁਰਾਖ ਤੱਕ ਹੋ ਜਾਂਦਾ। ਇਹ ਨਾ ਸੋਚਿਓ ਕਿ ਕੋਈ ਅਲੱਗ ਜਿਹੀ ਗੱਲ ਸੁਣਾ ਰਹੀ ਹਾਂ, ਸਾਡੇ ਕੋਲ ਹਸਪੀਟਲ 'ਚ ਆ ਕੇ ਨੌਜਵਾਨ ਬੇਟੀਆਂ ਦੀ ਮੌਤ ਤੱਕ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਫਟੀ ਹੋਈ ਬੱਚੇਦਾਨੀ ਪਹੁੰਚਦੀ ਹੈ। ਬਹੁਤ ਬਹੁਤ ਮੁਸ਼ਕਲ ਨਾਲ ਵੀ ਸਾਡੀਆਂ ਗਾਇਨੋਕੋਲੋਜਿਸਟ ਡਾਕਟਰਸ ਜੋ ਮੇਰੀਆਂ ਆਪਣੀਆਂ ਹੀ ਭੈਣਾਂ ਕਈ ਬਹੁਤ ਜ਼ਿਆਦਾ ਦਿਨ ਰਾਤ ਵੀ ਉਹਨਾਂ ਦੇ ਸਿਰ ਤੇ ਖੜ ਕੇ ਬੋਤਲਾਂ ਸੱਚ ਜਾਣਿਓ ਖੂਨ ਦੀਆਂ ਚੜਾਈ ਦੀਆਂ ਨੇ, ਨਿਚੋੜ ਕੇ ਇੰਝ ਹੱਥ ਨਾਲ ਵੀ ਤੇਜ਼ੀ ਨਾਲ ਜਾਵੇ ਕਿਸੇ ਤਰੀਕੇ ਬਚਾਈਏ, ਪਰ ਉਹ ਇੰਨੀ ਮਾੜੀ ਹਾਲਤ ਵਿੱਚ ਪਹੁੰਚਦੀਆਂ ਨੇ ਨੌਜਵਾਨ ਬੇਟੀਆਂ ਕਿ ਅਸੀਂ ਬਚਾ ਨਹੀਂ ਸਕਦੇ। ਮੈਮ ਕੁਝ ਕੇਸ ਅਜਿਹੇ ਵੀ ਆਏ ਸਨ ਜਿੱਥੇ ਪਿਤਾ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਨਾਜਾਇਜ਼ ਸੰਬੰਧ ਬਣਾਏ ਨੇ ਤਾਂ ਉਹ ਆਪ ਹੀ ਧੂ ਕੇ ਚੁੱਕ ਕੇ ਲੈ ਜਾਂਦੇ ਸਨ ਐਮਰਜੈਂਸੀ ਵਿੱਚੋਂ ਕਿ ਅਸੀਂ ਤਾਂ ਇੰਝ ਹੀ ਮਾਰ ਮੁਕਾਵਾਂਗੇ, ਇਹੋ ਜਿਹਾ ਕੰਮ ਇਹਨੇ ਜੇ ਕੀਤਾ ਤਾਂ ਸਾਡੇ ਤੇ ਦਾਗ ਹੈ। ਸੋ ਇਹੋ ਜਿਹੇ ਕੇਸਿਸ ਵਧਣ ਸਦਕਾ ਤੁਸੀਂ ਸਮਝ ਸਕਦੇ ਹੋ ਕਿੰਨੀ ਅਲਾਰਮਿੰਗ ਸਿਚੁਏਸ਼ਨ ਬਣ ਰਹੀ ਹੈ। ਜੀ ਮੈਂ ਮਾਫੀ ਚਾਹੁੰਦਾ ਕਿ ਇੱਥੇ ਇੱਕ ਸਵਾਲ ਕਰਨਾ ਜ਼ਰੂਰੀ ਹੈ ਕਿ ਸਾਡਾ ਅੱਜ ਦੇ ਪ੍ਰੋਗਰਾਮ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈਗਾ ਤੇ ਜ਼ਰੂਰ ਇੱਕ ਮੀਡੀਆ ਦੇ ਤੌਰ ਦੇ ਉੱਤੇ ਇੱਕ ਆਵਾਜ਼ ਹੈ ਜਿਹੜੀ ਉਹ ਅਸੀਂ ਚੁੱਕਣਾ ਚਾਹੁੰਦੇ ਹਾਂ ਕਿ ਆਖਰ ਇਸ ਪਾਸੇ ਵੀ ਜਿਹੜਾ ਉਹ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਪੰਜਾਬ ਦੂਸਰੇ ਨੰਬਰ ਤੇ ਆਇਆ ਹੈਗਾ ਤਾਂ ਕਿਤੇ ਨਾ ਕਿਤੇ ਬਹੁਤ ਕੁਝ ਪਰਦੇ ਦੇ ਪਿੱਛੇ ਚੱਲਦਾ ਰਹਿੰਦਾ ਹੈਗਾ ਜਿਹੜਾ ਨਹੀਂ ਪਤਾ ਲੱਗਦਾ। ਮੈਂ ਰਜਿੰਦਰਾ ਹਸਪਤਾਲ ਤੁਸੀਂ ਉੱਥੇ ਲਗਾਤਾਰ ਪ੍ਰੈਕਟਿਸ ਵੀ ਕਰਦੇ ਹੋ, ਉੱਥੇ ਪੜ੍ਹਾਉਂਦੇ ਵੀ ਹੋ, ਜੱਚਾ ਬੱਚਾ ਵਿਭਾਗ ਦੇ ਵਿੱਚ ਲਗਾਤਾਰ ਤੁਸੀਂ ਕਈ ਸਾਲ ਸੇਵਾ ਜਿਹੜੀ ਉਹ ਉੱਥੇ ਕਰ ਰਹੇ ਹੋ, ਕੰਮ ਕਰ ਰਹੇ ਹੋ ਕਿ ਸੱਚਮੁੱਚ ਜਿਸ ਤਰੀਕੇ ਨਾਲ ਜਰਨਲ ਦੇ ਵਿੱਚ ਹੈਗਾ ਕਿ ਸੱਚਮੁੱਚ ਇਹੋ ਜਿਹਾ ਗਰਾਊਂਡ ਜ਼ਮੀਨੀ ਪੱਧਰ ਦੇ ਉੱਤੇ ਹੈ ਜਾਂ ਫਿਰ ਇਹ ਮਹਿਜ਼ ਗੱਲਾਂ ਹੀ ਨੇ? ਕਿ ਮੈਨੂੰ ਥੋੜਾ ਜਿਹਾ ਇਸ ਬਾਰੇ ਸਮਝਾਇਓ। ਦੇਖੋ ਨਾਰਮਲੀ ਜੋ ਅਸੀਂ ਕਹਿੰਦੇ ਹਾਂ ਨਾ ਪ੍ਰੀਮੈਚੁਰ ਮੀਨੋਪੌਜ਼, ਉਹ ਆਮ ਤੌਰ ਤੇ 40 ਵਰਿਆਂ ਤੋਂ ਘੱਟ ਦੇ ਵਿੱਚ ਸਿਰਫ 1% ਹੁੰਦਾ ਜੇ ਥੋੜਾ ਜਿਹਾ ਸਮਝਣ ਦੀ ਆਪਾਂ ਜੋ ਕਿਤਾਬੀ ਗੱਲਾਂ ਨੇ। ਜੀ ਜਦੋਂ ਰਿਸਰਚ ਆਉਂਦੀ ਜੇ ਉਦੋਂ ਹੁੰਦਾ ਜੇ ਕਿ ਜਿਵੇਂ ਅਸੀਂ ਕਿਉਂਕਿ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦਾ ਨਾਮ ਜੇ ਜਿਸ ਵਿੱਚ ਕਈ ਕੇਸਾਂ ਵਿੱਚ ਅਸੀਂ ਇੱਥੋਂ ਦੇ ਵਿਦਿਆਰਥੀ ਪਿੰਡਾਂ ਵਿੱਚ ਭੇਜਦੇ ਹਾਂ ਕਿ ਉਹ ਘਰ ਘਰ ਵਿੱਚ ਸਰਵੇਖਣ ਕਰਕੇ ਆਉਣ। ਕੁਝ ਸਰਵੇਖਣ ਹੁੰਦੇ ਨੇ ਜਿਹੜੇ ਹਸਪੀਟਲ ਵਿੱਚ ਪੇਸ਼ੈਂਟ ਆਉਂਦੇ ਨੇ ਉਹਨਾਂ ਤੋਂ ਹੁੰਦੇ ਨੇ, ਜੀ ਕੁਝ ਸਰਵੇਖਣ ਹੁੰਦੇ ਨੇ ਜਿਹੜੇ ਸਰਕਾਰਾਂ ਕਰਵਾਉਂਦੀਆਂ ਨੇ। ਇਹਨਾਂ 'ਚ ਕਿੰਨੇ ਫੀਸਦ ਵੱਧ ਜਾਂ ਘੱਟ ਹੋਣਾ ਮੈਂ ਤਾਂ ਬਿਲਕੁਲ 1% ਵੀ ਕਲੇਮ ਨਹੀਂ ਲੈ ਸਕਦੀ ਕਿ ਮੈਂ ਇਹਨਾਂ ਵਿੱਚੋਂ ਕੁਝ ਸੱਚ ਜਾਂ ਝੂਠ ਕੱਢ ਸਕਾਂ ਜੋ ਕਿ ਕਿਸੇ ਹੋਰ ਦੀ ਖੋਜ ਹੈ, ਕਿਉਂਕਿ ਇਹ ਨੈਸ਼ਨਲ ਪੱਧਰ ਦੀਆਂ ਅਖਬਾਰਾਂ 'ਚ ਛਪ ਚੁੱਕਿਆ ਜਿਸ ਤੇ ਗਵਰਨਮੈਂਟ ਨੇ ਐਕਸ਼ਨ ਸ਼ੁਰੂ ਵੀ ਕੀਤਾ। ਉਹਦੇ ਵਿੱਚ ਮੇਰਾ ਖਿਆਲ ਹੈ ਸਾਡੇ ਬਹੁਤ ਸਾਰੇ ਸੁਣਨ ਵਾਲੇ ਨੈਟ ਦੇ ਉੱਤੇ ਵੀ ਇਹ ਪੜ੍ਹ ਸਕਣਗੇ। ਬਿਲਕੁਲ 1% ਅਸੀਂ ਡਰਾਉਣ ਧਮਕਾਉਣ ਦੀਆਂ ਗੱਲਾਂ ਕਰ ਹੀ ਨਹੀਂ ਰਹੇ। ਜੋ ਅੰਕੜੇ ਛਪ ਚੁੱਕੇ ਨੇ ਕਿੰਨਾ ਸੱਚ ਕਿੰਨਾ ਝੂਠ ਤਾਂ ਜਿਹੜੇ ਸਰਵੇਖਣ ਕੀਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦੇ ਉੱਤੇ ਹੈ। ਪਰ ਜਦੋਂ ਇਹ ਚੀਜ਼ਾਂ ਮੁੱਖ ਅਖਬਾਰਾਂ ਵਿੱਚ ਛਪ ਜਾਣ, ਉਹਨਾਂ ਦੀਆਂ ਸ਼ਿੰਗਾਰ ਹੋ ਜਾਣ ਤੇ ਜਿੱਥੇ ਸਰਕਾਰਾਂ ਨੇ ਐਕਸ਼ਨ ਵੀ ਲੈ ਲਿਆ ਹੋਵੇ, ਆਂਧਰ ਪ੍ਰਦੇਸ਼ ਦੀ ਆਖਰ ਸਮਝੋ 31.4 ਤੋਂ 23.1% ਆਣਾ ਮਾਇਨੇ ਰੱਖਦਾ ਜੇ ਸਰਕਾਰ ਨੇ ਕੰਮ ਕੀਤਾ। ਪੰਜਾਬ ਵਿੱਚ ਇਹੋ ਜਿਹਾ ਫਿਗਰ ਆਣਾ ਵਾਕਈ ਫਿਕਰ ਕਰਨ ਵਾਲੀ ਗੱਲ ਹੈ। ਸਾਡੇ ਕੋਲ ਇਹੋ ਜਿਹਾ ਫਿਗਰ ਅਜੇ ਸੀ ਨਹੀਂ। ਇਹ ਜ਼ਰੂਰ ਪਤਾ ਸੀ ਬੱਚੇਦਾਨੀਆਂ ਕੱਢੀਆਂ ਜਾ ਰਹੀਆਂ ਨੇ, ਪਤਾ ਸੀ ਟੈਸਟੋਸਟੈਰੋਨ ਲਏ ਜਾ ਰਹੇ ਨੇ, ਇਹ ਚੀਜ਼ਾਂ ਤਾਂ ਜਗਜ਼ਾਰ ਹੋ ਚੁੱਕੀਆਂ।
ਇਹ ਤਾਂ ਪਤਾ ਹੀ ਹੈ, ਪਿੰਡਾਂ ਵਿੱਚੋਂ ਲੈ ਕੇ ਆਉਂਦੀਆਂ ਨੇ ਬੱਚਾ, ਅਸੀਂ ਮੁੰਡਾ ਚਾਹੀਦਾ ਹੈ ਤੇ ਇਹ ਗੋਲੀਆਂ ਅਸੀਂ ਖਾ ਰਹੀਆਂ, ਤੇ ਆਮ ਹੀ ਧਾਰਨਾ ਬਣ ਚੁੱਕੀ ਹੈ। ਪਰ ਉਹ ਕਿੰਨੇ ਫੀਸਦ ਖਾ ਰਹੀਆਂ ਨੇ, ਇਹੋ ਜਿਹਾ ਕੋਈ ਵੀ ਅੰਕੜਾ ਨਹੀਂ, ਕਿਉਂਕਿ ਜਿਵੇਂ ਡਰੱਗਸ ਦੇ ਵਿੱਚ ਅਸੀਂ ਦੱਸ ਹੀ ਨਹੀਂ ਸਕਦੇ ਕਿੰਨੇ ਫੀਸਦ ਖਾ ਰਹੇ ਨੇ। ਸਿਰਫ ਇਹੀ ਹੁੰਦਾ ਹੈ ਕਿ ਹਾਂਜੀ, ਵੱਡੀ ਗਿਣਤੀ 'ਚ, ਵੱਡੀ ਮਾਤਰਾ ਵਿੱਚ ਕੁੜੀਆਂ ਵੀ ਮੁੰਡੇ ਵੀ ਡਰੱਗ ਅਡਿਕਟਸ ਪਹੁੰਚ ਵੀ ਰਹੇ ਨੇ ਇਲਾਜ ਕਰਵਾਉਣ ਨੂੰ। ਉੱਥੋਂ ਅੰਦਾਜ਼ਾ ਹੁੰਦਾ ਹੈ ਵੀ ਇੱਕ ਪਿੰਡ ਵਿੱਚ ਜਦੋਂ ਕੋਈ ਬੱਚਾ ਆਉਂਦਾ ਹੈ, ਉਹ ਦੱਸਦਾ ਵੀ ਮੇਰੇ ਨਾਲ ਦੇ 10 ਹੋਰ ਕਰ ਰਹੇ ਨੇ। ਉਸ ਤਰੀਕੇ ਇਹ ਲੱਭਿਆ ਜਾਂਦਾ ਜੀ, ਬਿਲਕੁਲ ਇੰਝ ਹੀ। ਹੁਣ ਜਦੋਂ ਇਹੋ ਜਿਹੇ ਕੇਸ ਪਹੁੰਚਦੇ ਨੇ ਤਾਂ ਇੱਕ ਔਰਤ ਤੋਂ ਜਦੋਂ ਪੁੱਛਿਆ ਜਾਂਦਾ ਬੱਚੇਦਾਨੀ ਕਿਵੇਂ ਕੱਢੀ ਗਈ, ਤਾਂ ਫਿਰ ਜਦੋਂ ਉਹ ਦੱਸਦੀ ਹੈ ਮੇਰੀ ਭਰਜਾਈ ਦੀ ਵੀ, ਮੇਰੀ ਮਾਂ ਦੀ ਵੀ, ਮੇਰੀ ਸੱਸ ਦੀ ਵੀ, ਜਾਂ ਮੇਰੇ ਆਂਢ ਗੁਆਂਢ ਹੋਰ ਵੀ 6 ਦੀ ਕੱਢੀ ਹੋਈ ਹੈ, ਉਹ ਹੁੰਦੇ ਜੇ ਜਦੋਂ ਅੰਕੜੇ। ਫਿਰ ਪੁੱਛਿਆ ਜਾਂਦਾ ਕਿਸ ਨੇ ਕਿਹਾ, ਫਿਰ ਦੱਸਦੇ ਨੇ ਇਹ ਫਲਾਣੇ ਉੱਥੇ ਹਕੀਮ ਨੇ ਜਾਂ ਫਲਾਣੇ ਆਰਐਮਪੀ ਨੇ ਸਾਨੂੰ ਕਿਹਾ ਸੀ ਕੈਂਸਰ ਬਣ ਜਾਏਗਾ। ਤੇ ਜਦੋਂ ਲੱਛਣ ਪੁੱਛੀਦੇ ਨੇ, ਭਾਈ ਇਹ ਤਾਂ ਆਮ ਜਿਹੇ ਲੱਛਣ ਦਵਾਈ ਨਾਲ ਠੀਕ ਹੋ ਸਕਣ ਵਾਲੇ ਸਨ। ਸੋ ਇਹੋ ਜਿਹੇ ਕੇਸ ਫਿਰ ਤੁਸੀਂ ਆਪ ਹੀ ਸਮਝਦਾਰ ਹੋ ਕਿ ਜਿੱਥੇ ਨਾਜਾਇਜ਼ ਸੰਬੰਧਾਂ ਦੀ ਗੱਲ ਹੋਏ, ਉਹ ਕੌਣ ਅੰਕੜੇ ਤਿਆਰ ਕਰ ਸਕਦਾ? ਉਹ ਤਾਂ ਸਾਨੂੰ ਕਦੇ ਵੀ ਨਹੀਂ ਮਿਲ ਸਕਦੇ, ਅਨਲੈਸ ਕਿ ਇਹਦੀ ਡਿਟੇਲਡ ਕੌਣ ਕਰੇਗਾ। ਇਹ ਗੱਲਾਂ ਨਾ ਤੁਸੀਂ ਕੱਢ ਸਕਦੇ ਹੋ, ਨਾ ਮੈਂ ਕੱਢ ਸਕਦੀ ਹਾਂ। ਸੋ ਉਹ ਅੰਕੜੇ ਸਾਡੇ ਅਜੇ ਲੁਕੇ ਹੋਏ ਨੇ। ਸਿਰਫ ਜਿਨ੍ਹਾਂ ਦੇ ਹੋ ਗਏ ਆਪਰੇਸ਼ਨ ਉਹੀ ਕੇਸ ਸਾਹਮਣੇ ਆ ਸਕਦੇ ਨੇ। ਹੋਰ ਕਿੰਨੇ ਨੇ ਜਾਂ ਕਿਸ ਤਰੀਕੇ ਉਹ ਇਹਦੇ ਪਿੱਛੇ ਕੀ ਕੁਛ, ਕਿੰਨੇ ਪਰਸੈਂਟੇਜ ਚੱਲ ਰਹੀ ਹੈ ਕੁਐਕਸ ਦੀ, ਕਿੰਨੇ, ਜਿਵੇਂ ਉੱਤੇ ਦਾ ਤਾਂ ਸਾਹਮਣੇ ਆ ਗਿਆ ਕਿ ਕੁਐਕਸ ਵਿੱਚੋਂ ਉਹਨਾਂ ਨੇ ਕਢਵਾ ਲਿਆ 10,000 ਤੋਂ 50,000 ਤੱਕ ਦਾ ਕਮਿਸ਼ਨ, ਜਿੱਥੇ 1.5 ਤੋਂ 2 ਲੱਖ ਇਹ ਆਪਰੇਸ਼ਨ ਦੇ ਉਹ ਲੈ ਰਹੇ ਸਨ, ਉਹਦੇ ਵਿੱਚੋਂ ਇੰਨਾ ਕਮਿਸ਼ਨ ਖਾ ਰਹੇ ਸਨ। ਪੰਜਾਬ ਵਿੱਚ ਕਿੰਨਾ ਕਮਿਸ਼ਨ ਦੀ ਕੋਈ ਕਿਤੇ ਜ਼ਿਕਰ ਨਹੀਂ, ਸੋ ਮੈਂ ਉਹੀ ਜੀ ਗੱਲ ਕਰ ਨਹੀਂ ਸਕਦੀ। ਪਰ ਇਸ ਸਟੱਡੀ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਸੀ ਕਿ ਇਹਨਾਂ ਦੀਆਂ ਹੱਡੀਆਂ ਕਮਜ਼ੋਰ ਬਣ ਰਹੀਆਂ ਨੇ, ਵਕਤ ਤੋਂ ਪਹਿਲਾਂ ਦਿਲ ਦੇ ਰੋਗ ਹੋ ਰਹੇ ਨੇ, ਮੌਤਾਂ ਛੇਤੀ ਹੋ ਰਹੀਆਂ ਨੇ, ਬਹੁਤ ਘਬਰਾਹਟ, ਡਿਪਰੈਸ਼ਨ, ਸੁਇਸਾਈਡਲ ਟੈਂਡੈਂਸੀਜ਼ ਨੇ ਇਹਨਾਂ 'ਚ, ਸਾਈਕੋਲੋਜੀਕਲ ਇਹਨਾਂ ਨੂੰ ਡਿਸਆਰਡਰਸ ਦਿਖਣ ਲੱਗ ਗਏ ਨੇ। ਇੱਥੋਂ ਤੱਕ ਕਿ ਸਰੀਰਕ ਸੰਬੰਧ ਬਣਾਉਣ ਵਿੱਚ ਆਪਣੇ ਹੀ ਪਤੀ ਨਾਲ ਵੀ ਔਖਿਆਈ ਆਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਘਰੇਲੂ ਝਗੜੇ ਜਾਂ ਡਾਇਵੋਰਸਿਸ ਦੀ ਵੀ ਗੱਲ ਸ਼ੁਰੂ ਹੋ ਚੁੱਕੀ, ਕਿਉਂਕਿ ਉਹ ਇੰਨਾ ਕੁ ਇਹਦੇ ਨਾਲ ਓਵਰੀਜ਼ ਕਿਉਂਕਿ ਕੱਢ ਦਿੱਤੀਆਂ ਜਾਂਦੀਆਂ ਨੇ। ਸੋ ਨਾਰਮਲ ਕੁਦਰਤੀ ਹਾਰਮੋਨ ਜੋ ਜਨਾਨਾ ਹੋਣੇ ਚਾਹੀਦੇ ਨੇ, ਉਹ ਖਤਮ ਹੋਣ ਕਾਰਨ ਉਹ ਇੱਛਾ ਹੀ ਮਰ ਜਾਂਦੀ ਹੈ ਔਰਤ ਦੀ ਕਿ ਕੋਈ ਸਰੀਰਕ ਸੰਬੰਧ ਹੋਣਾ ਹੈ। ਸੋ ਇਹ ਬਹੁਤ ਸਾਰੇ ਕੰਪਲਿਕੇਟਿਡ ਮੈਟਰਸ ਜਿਹੜੇ, ਜਿਸ ਕਾਰਨ ਇਹ ਸਾਰਾ ਕੁਝ ਅੱਜ ਜਾਗਜ਼ਾਰ ਕੀਤਾ ਕਿ ਜੇ ਇਹ ਵਾਪਰ ਰਿਹਾ ਹੈ ਤਾਂ ਸਰਕਾਰਾਂ ਵੀ ਇਸ ਪਾਸੇ ਧਿਆਨ ਦੇਣ, ਇਸ ਚੀਜ਼ ਤੇ ਸਖਤੀ ਨਾਲ ਰੋਕ ਲੱਗਣ ਦੀ ਲੋੜ ਹੈ। ਅਜੇ ਬਾਕੀ ਸਰਵੇਖਣ ਹੋਏ ਨਹੀਂ, ਇਹ ਅੰਕੜੇ ਨੇ ਜਿਨ੍ਹਾਂ ਵਿੱਚ ਸਿਰਫ ਪਹਿਲਾ ਜਾਂ ਦੂਜਾ ਹੀ ਸਟੇਟ ਹੋਇਆ, ਬਾਕੀ ਦੀਆਂ ਡਿਟੇਲਸ ਬਹੁਤ ਸਾਰੀਆਂ ਨੇ ਜਿਨ੍ਹਾਂ 'ਚ ਕੁਝ ਹਰਿਆਣੇ ਦੇ ਇਲਾਕਿਆਂ ਵਿੱਚ ਜ਼ਿਕਰ ਮਿਲਦਾ ਜੇ, ਕੁਝ, ਮੈਂ ਫਿਰ ਕਹਿ ਦਿਆਂ ਸਾਰੇ ਹਰਿਆਣੇ 'ਚ ਨਹੀਂ, ਕੁਝ ਇਲਾਕਿਆਂ ਵਿੱਚ 18% ਤੱਕ ਗੱਲ ਗਈ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ 17.5% ਕਹਿ ਰਹੇ ਨੇ। ਪਰ ਇਹ ਕਿਉਂਕਿ ਟੋਟਲ ਸਾਰੀਆਂ ਸਟੇਟਸ ਦੇ ਅੰਕੜੇ ਨਹੀਂ, ਸੋ ਇਸ ਕਾਰਨ ਅਜੇ ਆਪਾਂ ਪੂਰੀ ਡਿਟੇਲਡ ਰਿਪੋਰਟ, ਕਿਉਂਕਿ ਇਹ ਸਿਰਫ ਛਪੀ ਜੇ, ਸਾਡਾ ਮਕਸਦ ਸੀ ਕਿ ਹਮੇਸ਼ਾ ਅਸੀਂ ਪ੍ਰਾਈਮ ਏਸ਼ੀਆ ਵਿੱਚ ਉਹ ਚੀਜ਼ ਲਿਆਉਂਦੇ ਹਾਂ ਜਿਹੜੀ ਸਭ ਤੋਂ ਪਹਿਲਾਂ ਲੋਕਾਂ ਤੱਕ ਪਹੁੰਚਾਈ ਜਾਵੇ, ਲੋਕ ਜਾਗਰਤ ਹੋਣ, ਇਸ ਥਾਂ ਤੇ ਆਪਣੇ ਪਿੰਡਾਂ ਵਿੱਚ ਵੀ ਸਲਾਹ ਦੇਣ ਕਿ ਨਾ ਕੀਤੀ ਜਾਵੇ। ਤੇ ਇਹ ਜੋ ਧੰਦਾ, ਖਿਮਾ ਕਰਿਓ ਇਹ ਸ਼ਬਦ ਪਰ ਇਹ ਸਹੀ ਹੈ ਕਿ ਇਹ ਧੰਦਾ ਚਲਾ ਰੱਖਿਆ ਇਸ ਤਰੀਕੇ ਦਾ, ਇਹ ਵੀ ਕਮਿਸ਼ਨ ਏਜੰਟਾਂ ਨੂੰ ਸਖਤੀ ਨਾਲ ਫੜਨ ਦੀ ਲੋੜ ਹੈ, ਤਾਂ ਕਿ ਇਹ ਮਾਰੂ ਕੰਮ ਜੋ ਔਰਤਾਂ ਦੇ ਉੱਤੇ, ਜੋ ਕਿ ਸਮਝ ਨਹੀਂ ਰਹੀਆਂ ਕਿ ਕੀ ਉਹਨਾਂ ਨਾਲ ਮਾੜਾ ਵਾਪਰ ਰਿਹਾ, ਇੱਕ ਡਰਾ ਧਮਕਾ ਕੇ ਜਿਸ ਤਰੀਕੇ ਦਾ ਇਹ ਸਿਸਟਮ ਸ਼ੁਰੂ ਕੀਤਾ ਹੋਇਆ, ਨੂੰ ਰੋਕਣ ਦੀ ਤੁਰੰਤ ਲੋੜ ਹੈ। ਜੀ ਮੈਮ, ਆਖਰੀ ਸਵਾਲ ਹੈ। ਆਖਰੀ ਸਵਾਲ ਦੇ ਵਿੱਚ ਮੈਂ ਕਈ ਸਵਾਲ ਕਰੂੰਗਾ ਕਿ ਇਹ ਜਾਣਬੁੱਝ ਕੇ, ਸੋਚ ਸਮਝ ਕੇ ਕੋਈ ਚਾਲ ਹੈ ਇਹਦੇ ਪਿੱਛੇ, ਉਸ ਕਰਕੇ ਹੋ ਰਿਹਾ? ਸਮਾਜ ਨੂੰ ਕੀ ਕਰਨਾ ਚਾਹੀਦਾ ਹੈ? ਸਰਕਾਰ ਕੀ ਕਰ ਸਕਦੀ ਹੈ? ਤੇ ਆਪਾਂ ਇੱਕ ਨਾਗਰਿਕ ਹੋਣ ਦੇ ਨਾਤੇ ਉੱਤੇ ਕੀ ਕਰ ਸਕਦੇ ਹਾਂ? ਤੇ ਇਹਨਾਂ ਸਵਾਲਾਂ ਦੇ ਜਵਾਬ ਇਕੱਠੇ ਕਰਕੇ ਜੇ 1-2 ਮਿੰਟ ਦੇ ਵਿੱਚ ਦੇ ਸਕੋ। ਦੇਖੋ, ਪਹਿਲੀ ਚੀਜ਼ ਤਾਂ ਆਮ ਕੋਈ ਵੀ ਔਰਤ ਹੋਏ ਜਿਸ ਦੇ ਮਾਹਵਾਰੀ ਬੰਦ ਹੋਣੀ ਹੋਏ, ਉਹਨੂੰ ਪੋਸਟ ਮੀਨੋਪੌਜ਼ਲ ਸਿੰਪਟਮਸ ਅਸੀਂ ਕਈ ਵਾਰ ਕਹਿੰਦੇ ਹਾਂ, ਜਿਹਦੇ ਵਿੱਚ ਜੋ ਉਹ ਹਾਰਮੋਨਾਂ ਨੇ ਉਹਨੂੰ ਬਚਾਉਣਾ ਹੁੰਦਾ, ਉਹ ਰੋਗ ਤੇ ਉਹਨੂੰ ਇੱਕਦਮ ਪਸੀਨਾ ਆਉਣਾ, ਤਰੇਲੀਆਂ ਆਉਣੀਆਂ, ਘਬਰਾਹਟ ਹੋਣ ਲੱਗ ਜਾਣੀ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣੀ, ਇਹ ਲੱਛਣ ਆਮ ਦਿਸਦੇ ਨੇ। ਤੁਸੀਂ ਵੇਖਿਆ ਹੋਏਗਾ ਕਈ ਬਜ਼ੁਰਗ ਔਰਤਾਂ ਕੁੱਬੀਆਂ ਹੋ ਜਾਣੀਆਂ, ਪਿੱਠ ਟੇਢੀ ਹੋ ਜਾਣੀ, ਉਹ ਹੱਡੀਆਂ ਦਾ ਖੁਰ ਜਾਣਾ, ਇਹੋ ਜਿਹੇ ਲੱਛਣ ਦਿਸਦੇ ਨੇ, ਗੋਡਿਆਂ ਦੀ ਪੀੜ। ਇਹ ਸਭ ਕੁਝ ਸੀ ਜੋ ਕਿ ਨਾਰਮਲ ਹਾਰਮੋਨ ਜਦੋਂ ਬੰਦ ਹੁੰਦੇ ਨੇ। ਪਰ ਉਹੀ ਚੀਜ਼
ਜੋ 50 60 ਜਾਂ 70 ਤੇ ਹੋਣੀ ਹੈ, ਜੇ ਇੱਕ 20 ਤੋਂ 30 ਸਾਲ ਦੀ ਜਾਂ 35 ਸਾਲ ਦੀ ਔਰਤ ਨੂੰ ਹੋਣਾ ਸ਼ੁਰੂ ਹੋ ਜਾਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਠੀਕ ਨਹੀਂ ਹੈ। ਬਿਲਕੁਲ ਮੈਂ ਤੁਹਾਡੇ ਨਾਲ ਇਹ ਸਹਿਮਤ ਹਾਂ ਕਿ ਇਹਦੇ ਹੇਠ ਆਪਾਂ ਸਮਝ ਹੀ ਸਕਦੇ ਹਾਂ ਕਮਿਸ਼ਨਾਂ ਤੇ ਕਿਸ ਤਰੀਕੇ ਦੇ ਇਹ ਨਾਜਾਇਜ਼ ਜੋ ਇਹ ਤਰੀਕੇ ਨਾਲ ਬੱਚੇਦਾਨੀਆਂ ਕੱਢਣੀਆਂ, ਜਿਹਦੇ ਨਾਲ ਕਿ ਜ਼ਾਹਰ ਹੈ ਕਿ ਇੱਕ 20 ਜਾਂ 30 ਸਾਲ ਦੀ ਔਰਤ ਨੂੰ ਅੱਗੇ ਕਦੇ ਵੀ ਗਰਭ ਨਾ ਠਹਿਰ ਸਕਣਾ, ਮਾਂ ਨਾ ਬਣ ਸਕਣਾ, ਮਾਇਨੇ ਰੱਖਦਾ ਜੇ ਕਿਸੇ ਵੀ ਔਰਤ ਲਈ। ਪਰ ਉਹਦੇ ਨਾਲ ਹੋਰ ਜਿਹੜੇ ਯਾਨੀ ਮੌਤ ਵੱਲ ਧੱਕਦਾ ਰਾਹ ਜੋ ਖੁੱਲ ਜਾਂਦਾ ਜੇ। ਸੋ ਪਹਿਲੀ ਚੀਜ਼ ਹੈ ਸਰਕਾਰਾਂ ਜਾਗਰੂਕ ਹੋਣ, ਇਹੋ ਜਿਹੇ ਜੋ ਚੱਲ ਰਹੇ ਨੇ ਹੇਠਲੇ ਪੱਧਰ ਤੇ ਕੰਮ ਰੁਕਣ ਦੀ ਲੋੜ ਹੈ। ਜੋ ਪ੍ਰਾਈਮ ਏਸ਼ੀਆ ਕਰ ਸਕਦਾ ਜੇ ਅਵੇਅਰਨੈਸ, ਮੇਰੇ ਖਿਆਲ ਇਸ ਤੋਂ ਵੱਡਾ ਕੋਈ ਚੰਗਾ ਕੰਮ ਜਾਂ ਚੰਗਾ ਉੱਦਮ ਗਿਣਿਆ ਹੀ ਨਹੀਂ ਜਾ ਸਕਦਾ। ਪਰ ਸੁਣਨ ਵਾਲਿਆਂ ਅੱਗੇ ਬੇਨਤੀ ਹੈ ਕਿ ਇੱਕ ਵਾਰ ਜਦੋਂ ਕਿਸੇ ਨੇ ਕਹਿ ਦਿੱਤਾ ਕਿ ਤੁਹਾਡੀ ਬੱਚੇਦਾਨੀ ਇਸ ਔਰਤ ਦੀ ਕੱਢਣ ਦੀ ਲੋੜ ਹੈ, ਪਲੀਜ਼ ਉਸੇ ਥਾਂ ਤੇ ਨਾ ਰੁਕੋ, ਕਿਸੇ ਹੋਰ ਸਪੈਸ਼ਲਿਸਟ ਕੋਲ ਜਾਂ ਵੱਡੇ ਹਸਪੀਟਲ ਵਿੱਚ ਜ਼ਰੂਰ ਇੱਕ ਵਾਰ ਚੈੱਕਅਪ ਕਰਵਾਓ ਤੇ ਇਹ ਟੈਸਟੋਸਟੇਰੋਨ ਨਾ ਖਵਾਉਣੇ ਸ਼ੁਰੂ ਕਰੋ। ਇਹ ਮੌਤ ਦਾ ਕਾਰਨ ਬਣ ਰਹੇ ਨੇ, ਇਹਦੇ ਨਾਲ ਬੱਚੇ ਵੀ ਨਾਰਮਲ ਨਹੀਂ ਜੰਮਦੇ। ਸੋ ਇਹ ਮੁੰਡੇ ਦੀ ਲਾਲਸਾ ਵਿੱਚ ਜੋ ਅਸੀਂ ਆਪਣੀਆਂ ਹੀ ਔਰਤਾਂ ਦਾ ਘਾਣ ਕਰ ਰਹੇ ਹਾਂ, ਮਰਵਾ ਰਹੇ ਹਾਂ ਤੇ ਐਬਨੋਰਮਲ ਬੱਚੇ ਜਮਾ ਰਹੇ ਹਾਂ, ਇਹ ਨਹੀਂ ਹੋਣੇ ਚਾਹੀਦੇ। ਸੋ ਇੱਕ ਤਾਂ ਸੁਣਨ ਵਾਲੇ ਵੀ ਆਪ ਥੋੜਾ ਜਿਹਾ ਇਸ ਪੱਖ ਵੱਲ ਧਿਆਨ ਕਰਨ। ਇੰਨਾ ਜ਼ਿਆਦਾ ਵੀ ਬੱਚੇਦਾਨੀ ਦਾ ਕੈਂਸਰ ਨਹੀਂ ਹੈ ਕਿ ਅਸੀਂ ਇਹ ਡਰ ਡਰ ਕੇ ਜਾਂ ਕੇ ਇਸ ਤਰੀਕੇ ਦਾ ਕੰਮ ਕਰੀਏ। ਸੋ ਇਹ ਜ਼ਰੂਰ ਸਪੈਸ਼ਲਿਸਟ ਡਾਕਟਰ ਦੀ ਕਿਸੇ ਵੱਲੋਂ ਰੈਫਰਲ ਕੀਤਾ ਕੋਐਕਸ ਵੱਲੋਂ ਜਾਂ ਇਸ ਤਰ੍ਹਾਂ ਦੇ ਆਰਐਮਪੀਜ਼ ਵੱਲੋਂ ਨਾ ਕਿਰਪਾ ਕਰਕੇ ਕਰਵਾਓ, ਤਾਂ ਕਿ ਅਸੀਂ ਇਹ ਇੱਕ ਔਰਤ ਨੂੰ ਔਰਤ ਤਾਂ ਰਹਿਣ ਦਈਏ, ਇੱਕ ਇਹੋ ਜਿਹਾ ਹਾਲ 'ਚ ਨਾ ਛੱਡ ਦਈਏ ਕਿ ਉਹ ਨਾਰਮਲ ਜ਼ਿੰਦਗੀ ਵੀ ਬਤੀਤ ਨਾ ਕਰ ਸਕੇ। ਜੀ ਧੰਨਵਾਦ ਮੈਮ, ਅਹਿਮ ਜਾਣਕਾਰੀ ਤੁਸੀਂ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਇਹ ਬੇਨਤੀ ਕਰਦੇ ਹਾਂ ਕਿ ਇਸ ਪ੍ਰੋਗਰਾਮ ਜ਼ਰੀਏ ਸਾਡੀ ਕੋਸ਼ਿਸ਼ ਸੀ ਕਿ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਹੋਰਾਂ ਨੂੰ ਵੀ ਆਪਾਂ ਸੱਦਾ ਦਿੱਤਾ ਸੀ ਕਿ ਇਹ ਅਹਿਮ ਜਾਣਕਾਰੀ ਹੈ, ਇਹ ਜ਼ਰੂਰ ਅਸੀਂ ਬਚਾਈਏ ਤਾਂ ਕਿ ਆਪਾਂ ਕਿਸੇ ਧੋਖੇਧੜੀ ਦਾ ਸ਼ਿਕਾਰ ਨਾ ਹੋ ਸਕੀਏ, ਅਸੀਂ ਕਿਸੇ ਚਾਲਾਂ ਦੇ ਵਿੱਚ ਨਾ ਫਸ ਸਕੀਏ। ਇਹ ਸਾਡੀ ਕੋਸ਼ਿਸ਼ ਜ਼ਰੂਰ ਪ੍ਰਵਾਨ ਕਰਿਓ। ਜੇ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਤੋਰਿਓ। ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।